102.7 मेगाहर्ट्ज, 103.6 मेगाहर्ट्ज। प्रोग्राम सोहनी सवेर दा आनंद माण रहे हो अपने दोस्त आरजे ललित सोनी दे नाल। अज असी वर्ल्ड इन्वायरमेंट डे सैलीब्रेट कर रहे हैं और जी हाँ, हर साल 5 जून नूं वर्ल्ड इन्वायरमेंट डे दे तौर ते मनाया जाता है और इस दिन नूं मनाउण दा मुख मकसद लोकां नूं वातावरण दी सुरक्षा ते साਂਭ संभाल दे प्रति अवेयर करना है, क्योंकि जिस तरह असी कुदरती सोमिਆਂ ਦੀ बेकदरी करते जा रहे हैं उस हिसाब दे नाल असी धरती ते अपनी होंद नूं खत्म करन वल कदम वधाउंदे जा रहे हैं। तो जरूरत है समय रहंदे होए असी अपने आले दुआले नूं साफ सुथरा ते हरिया भरिया बनाउण दे काम दे विच लग जाइए तां जो इस कुदरत दे नज़ारियां दा आनंद माणिया जा सके। उस कुदरत वल्लों दित्तियां होईयां दातां नूं जिहड़ा है असी आनंद माणीए और उन्हां दातां दा जिहड़ा है पूरा फायदा लईए। और पर्यावरण नूं बचाउण दे लई मनाए जा रहे वर्ल्ड इन्वायरमेंट डे ते अज असी गल करांगे प्रोफैसर डॉक्टर राजदीप धालीवाल जी नाल, जो कि पटियाला दे एक कॉलेज दे विच वनस्पति विभाग दे HOD ने, और उन्हां नाल गलबात करांगे वर्ल्ड इन्वायरमेंट डे ते मनाउण दा की उद्देश है और हर साल इस डे नूं मनाउण ते कोई ना कोई थीम रखिया जांदा है। उस थीम दा की मतलब है और किवें असीं अपनी कुदरत दी साਂਭ संभाल कर सकते हैं। आओ उन्हां नाल गलबात करदे हां। हेलो जी सर, तुहाडा प्रोग्राम सोहनी सवेर दे विच बहुत बहुत स्वागत। सत श्री अकाल जी ललित जी। प्रोग्राम सोहनी सवेर सुन रहे सारे ही ਸਰੋਤਿਆਂ ਨੂੰ मेरे ਵੱਲੋਂ, ਸਾਰੇ ਹੀ ਵਾਤਾਵਰਣ ਪ੍ਰੇਮੀਆਂ ਨੂੰ, ਵਾਤਾਵਰਣ ਚਿੰਤਕਾਂ ਨੂੰ ਤੇ ਸਾਰੇ ਹੀ ਜਿੱਥੇ ਤੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਵਾਜ਼ ਜਾਂਦੀ ਹੈ, ਸਾਡੇ ਸਾਰਿਆਂ ਨੂੰ ਵਾਤਾਵਰਣ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਨਾਲ ਹੀ ਇਸ ਪ੍ਰੋਗਰਾਮ ਦੇ ਰਾਹੀਂ ਇਹ ਵੀ ਅਸੀਂ ਸੁਨੇਹਾ ਜਾਂ ਚਿੰਤਾ ਦਾ ਵਿਸ਼ਾ ਡਿਸਕਸ ਕਰਾਂਗੇ ਕਿ ਇਸ ਦਿਨ ਨੂੰ ਅਸੀਂ ਕਿਸ ਤਰ੍ਹਾਂ ਮਨਾਈਏ, ਇਸ ਦਿਨ ਦੀਆਂ ਕਿੱਦਾਂ ਸ਼ੁਭ ਇਛਾਵਾਂ ਇੱਕ ਦੂਜੇ ਨਾਲ ਸਾਂਝੀਆਂ। ਜੀ ਸਰ, ਤੇ ਸਰ ਸਭ ਤੋਂ ਪਹਿਲਾਂ ਵਰਲਡ ਇਨਵਾਇਰਨਮੈਂਟ ਡੇ ਨੂੰ ਮਨਾਉਣ ਦਾ ਕੀ ਮੁੱਖ ਉਦੇਸ਼ ਹੈ, ਇਸ ਬਾਰੇ ਸਾਨੂੰ ਦੱਸੋ। ਹਾਂ ਲਲਿਤ ਜੀ, ਵਰਲਡ ਇਨਵਾਇਰਨਮੈਂਟ ਡੇ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਮੁੱਖ ਉਦੇਸ਼ ਇਹੀ ਹੈ ਕਿ ਅਸੀਂ ਇੱਕ ਗਲੋਬਲ ਲੈਵਲ ਤੇ ਇੱਕ ਪਲੇਟਫਾਰਮ ਬਣਾ ਸਕੀਏ ਜਿਹਦੇ ਰਾਹੀਂ ਇੱਕ ਪੋਜ਼ਿਟਿਵ ਚੇਂਜ ਆਵੇ ਔਰ ਜਿਹੜੀ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੇ, ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਕਿ ਉਹ ਕੋਈ ਐਕਸ਼ਨ ਕਰਨ ਔਰ ਆਪਣੇ ਜਿਹੜੇ ਸੋਮੇ ਨੇ, ਕੁਦਰਤੀ ਸੋਮੇ ਨੇ, ਵਾਤਾਵਰਨ ਹੈ, ਇਹ ਸਾਰੇ ਜੁੜੇ ਹੋਏ ਅੰਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ। ਔਰ ਇਹ ਜਿਹੜਾ ਮੁੱਖ ਮਕਸਦ ਹਰੇਕ ਇੰਡੀਵਿਜੂਅਲ ਦੀ ਪਾਰਟੀਸਪੇਸ਼ਨ ਔਰ ਸਾਰੀਆਂ ਕਮਿਊਨਿਟੀਜ਼ ਦੀ ਪਾਰਟੀਸਪੇਸ਼ਨ ਦੇ ਲਈ ਜਿਹੜੀ ਅਵੇਅਰਨੈਸ ਕ੍ਰੀਏਟ ਕਰਨਾ ਆ ਤਾਂ ਕਿ ਅਸੀਂ ਜ਼ਿਆਦਾ ਧਿਆਨ ਇਹਦੇ ਵੱਲ ਦੇ ਸਕੀਏ, ਜਿਹਦੇ ਵੱਲ ਸਾਨੂੰ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ, ਉਹ ਹੈ ਸਾਡਾ ਵਾਤਾਵਰਨ। ਜੀ, ਤੇ ਸਰ ਹਰ ਸਾਲ ਵਰਲਡ ਇਨਵਾਇਰਨਮੈਂਟ ਡੇ ਕਿਸੇ ਨਾ ਕਿਸੇ ਥੀਮ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾਂਦਾ ਹੈ, ਤੇ ਇਸ ਵਾਰ ਦਾ ਕੀ ਥੀਮ ਹੈ ਤੇ ਉਸ ਥੀਮ ਦਾ ਕੀ ਮਤਲਬ ਹੈ? ਸਰ ਵਰਲਡ ਇਨਵਾਇਰਨਮੈਂਟ ਡੇ ਹਰ ਸਾਲ ਥੀਮ ਦਿੱਤਾ ਜਾਂਦਾ ਹੈ ਔਰ 1973 ਦੇ ਵਿੱਚ ਵਰਲਡ ਇਨਵਾਇਰਨਮੈਂਟ ਡੇ ਤੇ ਜਦੋਂ ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ ਨੇ ਕ੍ਰੀਏਟ ਕੀਤਾ ਸੀ 50 ਸਾਲ ਪਹਿਲਾਂ 1972 ਦੀ ਯੂਨਾਈਟਿਡ ਨੇਸ਼ਨ ਕਾਨਫਰੰਸ ਜਿਹੜੀ ਸਟਾਕਹੋਮ 'ਚ ਹੋਈ ਸੀ, ਉਦੋਂ ਵੀ ਜਿਹੜਾ ਥੀਮ ਸੀਗਾ ਸਰ ਓਨਲੀ ਵਨ ਅਰਥ ਸੀ। 2022 ਦਾ ਵੀ ਥੀਮ ਓਨਲੀ ਵਨ ਅਰਥ ਹੈ ਔਰ ਇਸ ਥੀਮ ਜਿਹੜੇ ਦਿੱਤੇ ਇਸ ਕਰਕੇ ਜਾਂਦੇ ਨੇ ਤਾਂ ਕਿ ਅਸੀਂ ਆਪਣੇ ਸਾਰੇ ਪ੍ਰੋਗਰਾਮ ਵਰਲਡ ਲੈਵਲ ਤੇ ਜਿਹੜੇ ਗਲੋਬਲੀ ਹੋ ਰਹੇ ਨੇ ਉਹਨਾਂ ਨੂੰ ਕੇਂਦਰਿਤ ਕਰ ਸਕੀਏ ਕਿਸੇ ਇੱਕ ਵਿਚਾਰਧਾਰਾ ਤੇ। ਸੋ ਇਹ ਜਿਹੜੀ ਥੀਮ ਹੈ ਇਹ ਕੰਪੇਨ ਕਰਦੀ ਹੈ ਕਲੈਕਟਿਵ ਟਰਾਂਸਫੋਰਮੇਟਿਵ ਐਕਸ਼ਨ ਔਨ ਗਲੋਬਲ ਸਕੇਲ, ਸਾਰਿਆਂ ਦਾ ਇਕੱਠਿਆਂ ਦਾ ਇੱਕ ਇਕੱਠਾ ਐਕਸ਼ਨ ਹੋਵੇ ਤਾਂ ਕਿ ਅਸੀਂ ਆਪਣੀ ਜਿਹੜੀ ਇਨਵਾਇਰਨਮੈਂਟ ਦੀ ਖੂਬਸੂਰਤੀ ਹੈ, ਜਿਹੜੀ ਸਾਡੀ ਬਾਇਓਡਾਇਵਰਸਿਟੀ ਜੀਵ ਵਿਭਿੰਨਤਾ ਹੈ, ਉਹਦੀ ਖੂਬਸੂਰਤੀ ਨੂੰ ਮਨਾ ਵੀ ਸਕੀਏ, ਮਾਣੀਏ ਵੀ, ਉਹਨੂੰ ਮਹਿਸੂਸ ਕਰੀਏ, ਉਹਨੂੰ ਬਚਾਉਣ ਬਾਰੇ ਗੱਲ ਕਰੀਏ ਤੇ ਆਪਣੇ ਪਲੈਨਟ ਨੂੰ ਰੀਸਟੋਰ ਕਰੀਏ ਜਿੱਦਾਂ ਦਾ ਕੁਦਰਤ ਨੇ ਸਾਨੂੰ ਪਲੈਨਟ ਦਿੱਤਾ ਸੀ, ਧਰਤੀ ਸਾਡੀ ਦਿੱਤਾ ਸੀ, ਜਿਹੜਾ ਸਾਡਾ ਰਹਿਣ ਵਾਲੀ ਜਗ੍ਹਾ ਹੈ, ਸਾਡਾ ਐਡਰੈਸ ਹੈ ਇਹ ਸਾਡੇ ਰਹਿਣ ਦਾ, ਕਿਉਂਕਿ ਥੀਮ ਹੀ ਆਪਣੇ ਆਪ ਨੂੰ ਡਿਫਾਈਨ ਕਰ ਰਿਹਾ ਓਨਲੀ ਵਨ ਅਰਥ। ਤੁਸੀਂ ਦੇਖੋ 50 ਸਾਲ ਪਹਿਲਾਂ ਵੀ ਵਾਤਾਵਰਣ ਚਿੰਤਕਾਂ ਨੇ ਜਦੋਂ ਇਹ ਥੀਮ ਦਿੱਤਾ ਹੋਣਾ ਹੈ, ਉਹਨਾਂ ਨੂੰ ਉਦੋਂ ਵੀ ਮਹਿਸੂਸ ਸੀ ਕਿ ਸਾਡੇ ਕੋਲ ਇੱਕੋ ਹੀ ਪਲੈਨਟ ਹੈ ਤੇ ਇਹਨੂੰ ਬਹੁਤ ਜ਼ਿਆਦਾ ਧਿਆਨ ਨਾਲ ਸਾਨੂੰ
ਵਿਚਾਰ ਕਰਨਾ ਚਾਹੀਦਾ। ਪਰ ਉਹ 2022 ਤੱਕ ਕਿੰਨਾ ਕੁਝ ਬਦਲ ਗਿਆ, ਕਿੰਨੀ ਗਲੋਬਲਾਈਜੇਸ਼ਨ, ਇੰਡਸਟਰੀਅਲਾਈਜੇਸ਼ਨ ਦੇ ਵਿੱਚ ਕਿੰਨਾ ਨੁਕਸਾਨ ਹੋ ਚੁੱਕਾ ਵਾਤਾਵਰਣ ਦੇ ਸਰੋਤਾਂ ਨੂੰ। ਪਰ ਅਸੀਂ ਅੱਜ ਵੀ ਇਹੀ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੀ ਦੁਨੀਆ ਨੂੰ ਇਹਨਾਂ ਥੀਮਸ ਦੇ ਰਾਹੀਂ। ਯੂਨਾਈਟਿਡ ਨੇਸ਼ਨ ਵੀ ਕਰ ਰਹੀ ਹੈ, ਸਾਰੀ ਕੰਟਰੀ, ਸਾਡਾ ਮੁਲਕ ਵੀ ਲੱਗਾ ਹੋਇਆ ਹੈ ਕਿ ਸਾਡੀ ਇੱਕੋ ਹੀ ਰਹਿਣ ਬਸੇਰਾ ਹੈ ਸਾਡੇ ਮਨੁੱਖਾਂ ਦਾ, ਉਹ ਹੈ ਕੱਲੀ ਧਰਤੀ, ਤੇ ਸਾਨੂੰ ਇਹਨੂੰ ਬਚਾਉਣਾ ਚਾਹੀਦਾ ਹੈ ਜਿੱਦਾਂ ਵੀ ਹੋਵੇ, ਲੋਕਾਂ ਨੂੰ ਇਨਕਰੇਜ ਕਰਕੇ, ਤਾਂ ਕਿ ਸਸਟੇਨੇਬਲ ਐਟਮੋਸਫੀਅਰ ਕ੍ਰੀਏਟ ਕੀਤਾ ਜਾ ਸਕੇ। ਜੀ ਸਰ, ਤੁਸੀਂ ਨੁਕਸਾਨ ਦੀ ਗੱਲ ਕੀਤੀ ਕਿ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ ਹੈ, ਤੇ ਇਸ ਨੁਕਸਾਨ ਦੇ ਪਿੱਛੇ ਤੁਸੀਂ ਕੀ ਕਾਰਨ ਜਿਹੜੇ ਨੇ ਜ਼ਿੰਮੇਵਾਰ ਮੰਨਦੇ ਹੋ? ਲਲਿਤ ਜੀ, ਕਾਰਨ ਬਹੁਤ ਪ੍ਰੋਲੋਂਗਡ ਅਪਰੋਚ ਹੈਗੀ ਹੈ, ਕਿਉਂਕਿ ਜਦੋਂ ਵੀ ਕੋਈ ਚੀਜ਼ ਨਵੀਂ ਸਿਰਜੀ ਜਾਂਦੀ ਹੈ ਆਪਾਂ ਹਮੇਸ਼ਾ ਉਹਦੀ ਕਾਮਯਾਬੀ ਪਿੱਛੇ ਜਾਂਦੇ ਹਾਂ। ਚਾਹੇ ਉਹ ਆਪਾਂ ਗੱਲ ਕਰਦੇ ਹਾਂ ਪਹਿਲਾਂ ਤੋਂ ਪੰਜਾਬ ਦੇ ਪਾਣੀ ਥੱਲੇ ਚਲੇ ਗਏ, ਅਸੀਂ ਕ੍ਰੌਪਿੰਗ ਪੈਟਰਨ ਦੀ ਗੱਲ ਕਰਦੇ ਹਾਂ। ਪੰਜਾਬ ਦੀ ਗ੍ਰੀਨ ਰੈਵੋਲੂਸ਼ਨ ਨੇ ਬਹੁਤ ਤਰੱਕੀ ਲਿਆਂਦੀ, ਪਰ ਉਹਦੇ ਨਾਲ ਨਾਲ ਸਾਨੂੰ ਚੇਂਜ ਆਫ ਮਾਈਂਡਸੈਟ ਦੀ ਵੀ ਲੋੜ ਸੀਗੀ। ਔਰ ਇਸੇ ਤਰ੍ਹਾਂ ਵਰਲਡ ਲੈਵਲ ਤੇ ਜੇ ਆਪਾਂ ਛੋਟੇ ਛੋਟੇ ਕੇਸ ਸਟੱਡੀਜ਼ ਦੇਖੀਏ, ਸੁੰਦਰਬਨ ਡੈਲਟਾ ਹੈਗਾ ਆ ਵੈਸਟ ਬੰਗਾਲ ਸਾਡੇ, ਉਹਦੇ ਵਿੱਚ ਜੇ ਤੁਸੀਂ ਉਹਨੂੰ ਪੜ੍ਹੋ ਜਾਂ ਉਹਦੇ ਬਾਰੇ ਸਮਝੋ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਇਹ ਹੋਇਆ ਕਿ ਗੰਗਾ ਦਾ ਜਿਹੜਾ ਪਾਣੀ ਆ ਉਹ ਈਸਟ ਨੂੰ ਸ਼ਿਫਟ ਹੋ ਗਿਆ ਤੇ ਸਾਡੇ ਫਰੈਸ਼ ਵਾਟਰ ਦੀਆਂ ਸਪੀਸੀਜ਼ ਖਤਮ ਹੋ ਗਈਆਂ ਦਰਖਤਾਂ ਦੀਆਂ। ਸੋ ਇਹ 2-3 ਗੱਲਾਂ ਮੈਂ ਕਰਕੇ ਦੱਸਣਾ ਚਾਹੁੰਦਾ ਕਿ ਸਾਰੀ ਦੁਨੀਆ 'ਚ ਹਲਕੀ ਹਲਕੀ ਚੇਂਜ ਆ ਰਹੀ ਸੀ, ਉਹ ਚਾਹੇ ਪਾਣੀ 'ਚ ਸੀ, ਉਹ ਚਾਹੇ ਇਨਸਾਨ ਕਰਕੇ ਸੀ, ਚਾਹੇ ਕਿਸੇ ਜਾਨਵਰ ਦਾ ਹੈਬੀਟੈਟ ਡਿਸਟਰਕਟ ਕਰਤਾ ਆਪਾਂ। ਇਨਸਾਨਾਂ ਦੀ ਗਿਣਤੀ ਬਹੁਤ ਵਧੀ ਹੈ, ਸਾਡੀ ਪਾਪੂਲੇਸ਼ਨ 'ਚ ਇਨਕਰਾਈਜ਼ ਬਹੁਤ ਹੈਗਾ ਆ, ਉਸਦੇ ਨਾਲ ਓਵਰ ਐਕਸਪਲੋਇਟੇਸ਼ਨ ਬਹੁਤ ਕਰ ਰਹੇ ਅਸੀਂ ਰਿਸੋਰਸਿਸ ਦੀ। ਕੰਜ਼ਿਊਮਰਿਜ਼ਮ ਹੈ, ਅਸੀਂ ਚੀਜ਼ਾਂ ਦੀ ਵੇਸਟੇਜ ਦੇ ਜਿਹੜਾ ਰੋਕ ਨਹੀਂ ਲਾ ਪਾ ਰਹੇ। ਕਲਾਈਮੇਟ ਦੇ ਵਿੱਚ ਬਹੁਤ ਬਦਲਾਵ ਹੈ, ਗਲੋਬਲ ਵਾਰਮਿੰਗ ਹੈ, ਔਰ ਉਸਦੇ ਨਾਲ ਬਹੁਤ ਸਾਰੀਆਂ ਸਾਡੀਆਂ ਬਾਇਓਡਾਇਵਰਸਿਟੀ ਸਪੀਸੀਜ਼ ਜਿਹੜੀਆਂ ਨੇ, ਚਾਹੇ ਉਹ ਜੀਵਾਂ ਦੀਆਂ ਨੇ, ਚਾਹੇ ਜੰਗਲੀ ਜਾਨਵਰ ਨੇ, ਚਾਹੇ ਪੌਦੇ ਨੇ, ਉਹ ਖਤਮ ਹੋ ਰਹੇ ਨੇ। ਪੋਲਿਊਸ਼ਨ ਦਾ ਕੋਈ ਅੰਤ ਨਹੀਂ ਹੈ, ਕਿਉਂਕਿ ਇਨਸਾਨ ਜਦੋਂ ਗਿਣਤੀ ਵਧੀ ਉਹਨੂੰ ਜ਼ਿਆਦਾ ਰਹਿਣ ਨੂੰ ਜਗ੍ਹਾ ਚਾਹੀਦੀ ਸੀ, ਮਨੁੱਖਾਂ ਨੂੰ ਉਹਨੂੰ ਜ਼ਿਆਦਾ ਚੀਜ਼ਾਂ ਚਾਹੀਦੀਆਂ ਸੀ, ਜ਼ਿਆਦਾ ਚੀਜ਼ਾਂ ਪ੍ਰੋਡਿਊਸ ਕਰਨੀਆਂ ਪਈਆਂ। ਜ਼ਿਆਦਾ ਪ੍ਰੋਡਕਸ਼ਨ ਦਾ ਮਤਲਬ ਹੈ ਹੋਰ ਵੇਸਟ ਹੋਏਗੀ, ਹੋਰ ਪੋਲਿਊਸ਼ਨ। ਔਰ ਨਾਲ ਹੀ ਐਗਰੀਕਲਚਰ ਦੀ ਜਿਹੜੀ ਸਾਡੀ ਇੰਟੈਂਸੀਫਿਕੇਸ਼ਨ ਹੈ ਕਿ ਅਸੀਂ ਜ਼ਮੀਨ ਵਿਹਲੀ ਨਹੀਂ ਰਹਿਣ ਦਿੰਦੇ, ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਨੂੰ ਅਸੀਂ ਵਾਹੀਯੋਗ ਬਣਾਇਆ। ਔਰ ਇਸ ਤਰ੍ਹਾਂ ਫਿਰ ਜੰਗਲਾਂ ਦੇ ਉੱਤੇ ਜਿਹੜਾ ਸਾਡਾ ਦਾਤੀ ਚੱਲੀ ਹੈ, ਜੰਗਲਾਂ ਤੇ ਸਾਡਾ ਕੱਟ ਵੱਢ ਹੋਈ ਹੈ, ਇਸ ਦੇ ਨਾਲ ਬਹੁਤ ਕੁਝ ਜੁੜ ਗਿਆ। ਇਨਸਾਨ ਜਿਹੜਾ ਆ, ਮਨੁੱਖ ਆ ਜਾਤੀ, ਇਹਨੇ ਆਪਣੀ ਹੋਂਦ ਲਈ ਬਾਕੀ ਸਾਰੀਆਂ ਪ੍ਰਜਾਤੀਆਂ ਨੂੰ ਖਤਰੇ 'ਚ ਪਾਇਆ, ਉਹਨਾਂ ਦੇ ਰਹਿਣ ਬਸੇਰਿਆਂ ਨੂੰ ਖਤਰੇ 'ਚ ਪਾਇਆ। ਈਵਨ ਜਿਹੜੇ ਧਰਤੀ ਤੇ ਛੱਡੋ, ਸਮੁੰਦਰ 'ਚ ਰਹਿਣ ਵਾਲੇ ਜੀਵਾਂ ਦਾ ਵੀ ਬਹੁਤ ਇਸ ਵੇਲੇ ਹਾਲਾਤ ਇਹ ਹੈ ਕਿ ਕੋਰਲ ਰੀਫ ਸਾਰੇ ਖਤਰੇ 'ਚ ਨੇ, ਜਿੰਨੇ ਮੈਂਗਰੂਵ ਫੋਰੈਸਟ ਨੇ ਜਿਹੜੇ ਸਮੁੰਦਰੀ ਤੱਟਾਂ ਤੇ ਹੁੰਦੇ ਨੇ ਉਹ ਵੀ ਖਤਰੇ 'ਚ ਨੇ। ਹੁਣ ਅਸੀਂ ਉਹਨਾਂ ਸਾਰਿਆਂ ਨੂੰ ਦੁਬਾਰਾ ਰੀਸਟੋਰ ਕਰਨ ਦੀ ਸਟ੍ਰੈਟਜੀ ਪਲੈਨਿੰਗ ਕਰ ਰਹੇ ਹਾਂ, ਜਦ ਕਿ ਸਾਨੂੰ ਉਹਨਾਂ ਨੂੰ ਡਿਸਟਰਬ ਹੀ ਨਹੀਂ ਕਰਨਾ ਚਾਹੀਦਾ ਸੀ। ਸਾਨੂੰ ਚਾਹੀਦਾ ਹੀ ਨਹੀਂ ਸੀ ਕਿ ਅਸੀਂ ਉਹਨਾਂ ਦੇ ਰਹਿਣ ਬਸੇਰੇ ਖਰਾਬ ਕਰੀਏ, ਪਰ ਇਨਸਾਨ ਜਦੋਂ ਕਰਕੇ ਦੁਬਾਰਾ ਅਸੀਂ ਹੁਣ ਉਸ ਸਟੇਜ ਤੇ ਆ ਗਏ ਹਾਂ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਇਹ ਗਲਤੀ ਹੋ ਚੁੱਕੀ ਹੈ, ਇਹਨੂੰ ਆਪਾਂ ਇੱਦਾਂ ਸੁਧਾਰਨਾ ਹੈ। ਹੋ ਸਕਦਾ ਹੈ ਸ਼ਾਇਦ ਅਸੀਂ ਆਪਣੇ ਪਲੈਨਟ ਨੂੰ ਜਲਦੀ ਰੀਸਟੋਰ ਕਰ ਸਕੀਏ, ਪਰ ਇਹਦੇ 'ਚ ਸਾਰਿਆਂ ਦੀ ਪਾਰਟਿਸਿਪੇਸ਼ਨ ਦੀ ਲੋੜ ਹੈ। ਜੀ, ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਲੋਕ ਇਸ ਵਾਰ ਜਿਹੜਾ ਹੈ ਅਵੇਅਰ ਹੋਣਗੇ ਤੇ ਜਿਹੜਾ ਕੁਦਰਤ ਨੂੰ ਬਚਾਉਣ ਦੀ ਇਸ ਮੁਹਿੰਮ ਦੇ ਵਿੱਚ ਜਿਹੜਾ ਹੈ ਇਕੱਠੇ ਹੋ ਕੇ ਜਿਹੜਾ ਆ ਆਪਣਾ ਯੋਗਦਾਨ ਪਾਉਣਗੇ। ਤਾਂ ਤੁਸੀਂ ਗੱਲ ਕੀਤੀ ਹੈ ਕਿ ਵਾਤਾਵਰਣ ਦੀ ਸੰਭਾਲ ਦੀ ਜਾਂ ਵਾਤਾਵਰਣ ਦੀ ਪ੍ਰਦੂਸ਼ਣ ਜਿਹੜਾ ਹੋ ਰਿਹਾ ਉਹਦੀ ਗੱਲ ਕੀਤੀ ਹੈ। ਅਸੀਂ ਕਿਵੇਂ ਆਪਣੇ ਵਾਤਾਵਰਣ ਨੂੰ ਜਿਹੜਾ ਹੈ ਸੰਭਾਲ ਸਕਦੇ ਹਾਂ, ਕਿਸ ਤਰ੍ਹਾਂ ਇਸ ਪ੍ਰਦੂਸ਼ਣ ਨੂੰ ਘਟਾ ਸਕਦੇ ਹਾਂ? ਲਲਿਤ ਜੀ, ਇਹ ਬੜਾ ਬਹੁਤ ਹੀ ਪਿਆਰਾ ਪ੍ਰਸ਼ਨ ਹੈਗਾ। ਹਰ ਇਨਸਾਨ, ਚਾਹੇ ਉਹ ਕਿਸੇ ਵੀ ਥਾਂ ਤੇ ਨੌਕਰੀ ਕਰਦਾ ਹੈ, ਚਾਹੇ ਉਹ ਕਿਸੇ ਵੀ ਸੰਸਥਾ 'ਚ ਨੌਕਰੀ ਕਰਦਾ ਹੈ, ਚਾਹੇ ਉਹ ਕਿਸੇ ਤਰ੍ਹਾਂ ਵੀ ਕਿਸਾਨ ਹੈ, ਉਹ ਚਾਹੇ ਘਰ ਬੈਠੀ ਸੁਆਣੀ ਹੈ ਜਿਹੜੀ ਘਰੇ ਕੰਮ ਕਰਦੀ ਹੈ, ਹਰੇਕ ਦੇ ਕੋਲ ਇੱਕ ਛੋਟਾ ਛੋਟਾ ਇਵੈਂਟ ਹੈਗਾ, ਉਹ ਹੈਗਾ ਅਸੀਂ ਆਪਣਾ ਆਲਾ ਦੁਆਲਾ ਸਾਫ਼ ਰੱਖੀਏ। ਅਸੀਂ ਕੂੜਾ ਸੁੱਟਣ ਲੱਗੇ, ਕੂੜੇ ਨੂੰ ਵੀ ਦੇਖ ਕੇ ਸੁੱਟੀਏ ਵੀ ਕਿਹੜਾ ਕੂੜਾ ਅਸੀਂ ਬਾਇਓਡੀਗ੍ਰੇਡੇਬਲ ਹੈ, ਜਿਹਦੇ ਤੋਂ ਅਸੀਂ ਖਾਦ ਤਿਆਰ ਕਰ ਸਕਦੇ ਹਾਂ। ਫਿਰ ਜਿਹੜਾ ਪਲਾਸਟਿਕ ਆ ਉਹਦੀ ਯੂਜ਼ ਘਟਾਈਏ, ਸਿੰਗਲ ਯੂਜ਼ ਪਲਾਸਟਿਕ ਦੇ ਤਾਂ ਬੈਨ ਹੈ, ਪਰ ਜਦ ਤਾਈਂ ਬੈਨ ਕਰਨ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਤੱਕ ਅਸੀਂ ਲੋਕ ਜਿਹੜੇ ਹੈਗੇ ਆ ਸਮਝਦਾਰ ਨਹੀਂ ਹੋ ਜਾਂਦੇ। ਸੋ ਮੇਨ ਪ੍ਰੋਪੇਗੈਂਡਾ, ਮੇਨ ਜਿਹੜੀ ਆ ਅਵੇਅਰਨੈਸ ਆ ਵੀ ਹਰ ਇਨਸਾਨ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਆ ਕਿ ਅਸੀਂ ਕਿੱਦਾਂ ਅਸੀਂ ਲੋਕਾਂ ਤੱਕ ਅਵੇਅਰਨੈਸ ਕ੍ਰੀਏਟ ਕਰੀਏ। ਮੈਂ ਆਪਣੇ ਖਾਲਸਾ ਕਾਲਜ ਪਟਿਆਲਾ, ਜਿੱਥੇ ਮੈਂ ਆਪਣੀ ਨੌਕਰੀ ਕਰ ਰਿਹਾ, ਉੱਥੇ ਬਨਸਪਤੀ ਵਿਗਿਆਨ ਵਿਭਾਗ ਦਾ ਮੁਖੀ ਹਾਂ। ਅਸੀਂ ਇੱਥੇ ਕਾਲਜ ਦੇ ਵਿੱਚ ਪੌਦਿਆਂ ਦਾ ਲੰਗਰ ਲਾਉਂਦੇ ਹਾਂ। ਅਸੀਂ ਗੁਰੂ ਹਰਰਾਏ ਸਾਹਿਬ ਪਾਰਕ ਬਣਾਇਆ ਹੋਇਆ, ਜਿਹੜੇ ਦਰਖਤ ਬਾਣੀ ਦੇ ਨਾਲ, ਗੁਰਬਾਣੀ ਦੇ ਨਾਲ ਉਹਨਾਂ ਦਾ ਜ਼ਿਕਰ ਆਇਆ, ਅਸੀਂ ਉਹਨਾਂ ਦੇ ਨਾਲ ਰਿਲੇਟਡ ਇੱਕ ਪਾਰਕ ਕਾਲਜ ਦੇ ਵਿੱਚ ਬਣਾਇਆ ਹੋਇਆ।
ਇੱਥੇ ਹੀ ਬੋਟੈਨੀਕਲ ਗਾਰਡਨ ਬਣਾਏ ਜਾਂਦੇ ਆ ਵਿਦਿਆਰਥੀਆਂ ਨੂੰ ਚੇਤੰਨ ਕਰਨ ਲਈ ਵੀ ਇਹ ਦੇਖੋ ਕਿੰਨੇ ਜੀਵ ਨੇ, ਅਸੀਂ ਵਿਦਿਆਰਥੀਆਂ ਦੇ ਵਿਜ਼ਿਟ ਲੈ ਕੇ ਜਾਂਦੇ। ਇਹ ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ। ਇਸੇ ਤਰ੍ਹਾਂ ਛੋਟੀਆਂ NGOs ਕੰਮ ਕਰ ਰਹੀਆਂ ਨੇ, ਕੋਈ ਕੂੜਾ ਪ੍ਰਬੰਧਨ ਦਾ ਕੰਮ ਕਰ ਰਹੀ ਹੈ, ਕੋਈ ਕੂੜੇ ਵਾਲੀ ਜਗ੍ਹਾ ਤੇ ਪਲਾਂਟ ਚਲਾ ਰਹੀ ਹੈ। ਕਈ ਲੋਕ ਜਿਹੜਾ ਸਾਡਾ ਪਾਣੀ ਆ ਉਹ ਥੱਲੇ ਹੀ ਨਹੀਂ ਜਾ ਰਿਹਾ, ਪਾਣੀ ਜ਼ਹਿਰੀਲਾ ਵੀ ਹੋ ਰਿਹਾ ਹੈ। ਯਾਨੀ ਕਿ ਜਿਹੜੀ ਇੰਡਸਟਰੀਅਲ ਵੇਸਟ ਹੈ ਜਾਂ ਸਾਡੀ ਜਿਹੜੀ ਘਰਾਂ ਚੋਂ ਸਾਬਣ ਵਾਲਾ ਪਾਣੀ ਹੈ ਜਾਂ ਸੀਵਰੇਜ ਹੈ, ਅਨਟ੍ਰੀਟਡ ਪਾਣੀ ਨਹਿਰਾਂ 'ਚ ਐਂਟਰ ਨਹੀਂ ਹੋਣਾ ਚਾਹੀਦਾ। ਇਹਦੇ ਲਈ ਸਾਨੂੰ ਪ੍ਰੋਲੋਂਗਡ ਅਪਰੋਚ ਬਣਾਉਣ ਦੀ ਲੋੜ ਹੈ ਤਾਂ ਕਿ ਅਸੀਂ ਕਿਤੇ ਪੰਜਾਬ ਨੂੰ ਜਿਹਨੂੰ ਕਹਿੰਦੇ ਰੇਗਿਸਤਾਨ ਬਣਾਉਣ ਤੋਂ ਰੋਕ ਸਕੀਏ। ਕ੍ਰੌਪਿੰਗ ਪੈਟਰਨ ਵੱਡੀਆਂ ਯੂਨੀਵਰਸਿਟੀਜ਼ ਇਹਦੇ ਤੇ ਦੱਸ ਰਹੀਆਂ ਨੇ ਵੀ ਕਿਵੇਂ ਅਸੀਂ ਜਿਹੜੀਆਂ ਵੱਖ-ਵੱਖ ਫਸਲਾਂ ਲੈ ਸਕਦੇ ਹਾਂ, ਇੰਟੈਂਸੀਫਿਕੇਸ਼ਨ ਨੂੰ ਰੋਕਿਆ ਜਾ ਸਕਦਾ ਹੈ ਹੋਰ ਫਸਲਾਂ ਇੰਟਰੋਡਿਊਸ ਕਰਕੇ। ਰਾਈਸ ਵੀਟ ਪੈਟਰਨ ਤੋਂ ਇਲਾਵਾ ਪੰਜਾਬ ਨੂੰ ਕੋਈ ਬਦਲ ਦਿੱਤਾ ਜਾ ਸਕਦਾ ਹੈ। ਪਾਣੀ ਦੀ ਯੂਜ਼ ਜਿਹੜੀ ਐਫੀਸ਼ੀਐਂਟ ਯੂਜ਼ ਉਹਦੇ ਤੇ ਅਵੇਅਰਨੈਸ ਕ੍ਰੀਏਟ ਕੀਤੀ ਜਾ ਰਹੀ ਹੈ। ਸਭ ਤੋਂ ਇੰਪੋਰਟੈਂਟ ਮੇਰੇ ਹਿਸਾਬ ਨਾਲ ਹਰ ਇਨਸਾਨ ਤੱਕ ਅਵੇਅਰਨੈਸ ਦਾ ਕੰਪੋਨੈਂਟ ਪਹੁੰਚਣਾ ਚਾਹੀਦਾ ਹੈ। ਉਹਨੂੰ ਇਹ ਮਹਿਸੂਸ ਹੋਵੇ ਕਿ ਮੈਂ ਇਹਦੇ ਵਿੱਚ ਕੀ ਰੋਲ ਅਦਾ ਕਰ ਸਕਦਾ। ਔਰ ਜਦੋਂ ਮਾਈਂਡ ਸੈਟ ਦੇ ਵਿੱਚ ਚੇਂਜ ਆ ਗਈ ਤਾਂ ਸਾਨੂੰ ਬਹੁਤ ਜ਼ਿਆਦਾ ਵੱਡੇ ਸਖਤ ਕਾਨੂੰਨ ਬਣਾਉਣ ਦੀ ਲੋੜ ਨਹੀਂ। ਚਾਹੇ ਉਹ ਪਰਾਲੀ ਨੂੰ ਸਾੜਦੇ ਨੇ ਕਿਸਾਨ, ਬਲੇਮ ਵੀ ਆਉਂਦਾ ਹੈ, ਪਰ ਉਹਨਾਂ ਨੂੰ ਵੀ ਬਦਲ ਦਿੱਤੇ ਜਾ ਰਹੇ ਨੇ ਸਰਕਾਰਾਂ ਦੁਆਰਾ ਔਰ ਉਹਨਾਂ ਨੂੰ ਮਸ਼ੀਨਰੀਆਂ ਦਿੱਤੀਆਂ ਜਾ ਰਹੀਆਂ ਨੇ, ਪਰ ਉਹਦੀਆਂ ਵੀ ਅੱਗੇ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ। ਕਿਸਾਨਾਂ ਨੇ ਕਿਵੇਂ ਯੂਜ਼ ਕਰਨਾ ਹੈ, ਉਹ ਮਸ਼ੀਨਾਂ ਵਰਤਣ ਲਈ ਵੱਡੇ ਟਰੈਕਟਰ ਚਾਹੀਦੇ ਨੇ। ਪਰ ਹੁਣ ਮੈਂ ਦੇਖਿਆ ਪੰਜਾਬ ਦੇ ਵਿੱਚ ਬਦਲਾਵ ਆ ਰਿਹਾ ਹੈ। ਕੁਝ ਕੁ ਲੋਕ ਹੈਗੇ ਨੇ ਜਿਹੜੇ ਹੱਲੇ ਵੀ ਰਿਲੈਕਟੈਂਟ ਨੇ, ਬਜਿੱਦ ਨੇ ਕਿ ਉਹ ਨਹੀਂ ਫੋਲੋ ਕਰ ਰਹੇ, ਜਾਂ ਥੋੜਾ ਜਿਹਾ ਕਹਿ ਲਓ ਕਿ ਖਰਚੇ ਨੂੰ ਬਚਣ ਦੇ ਮਾਰੇ ਉਹਨੂੰ ਪਰਾਲੀ ਨੂੰ ਅੱਗ ਲਾ ਦਿੰਦੇ, ਨਾੜ ਨੂੰ ਸਾੜ ਦਿੰਦੇ। ਪਰ ਬਹੁਤ ਲੈਵਲ ਤੇ ਜਿਹੜਾ ਹੈਗਾ ਲੋਕੀ ਹੁਣ ਸਮਝਦਾਰ ਹੋ ਗਏ ਨੇ। ਉਹਨਾਂ ਨੂੰ ਜਦੋਂ ਇਸ ਗੱਲ ਦੀ, ਅਸੀਂ ਵੀ ਪਿੰਡਾਂ 'ਚ ਜਾਂਦੇ ਹਾਂ, ਪਿੱਛੇ ਬਲਵੇੜੇ ਪਟਿਆਲਾ ਡਿਸਟ੍ਰਿਕਟ 'ਚ ਅਸੀਂ ਇੱਕ ਕੈਂਪ ਲਾਇਆ ਸੀ ਕਿਸਾਨਾਂ ਦੇ ਲਈ, ਜੰਗਲਾਤ ਵਿਭਾਗ ਦੇ ਨਾਲ ਇਕੱਠੇ ਹੋ ਕੇ। ਉਹਦੇ 'ਚ ਅਸੀਂ ਜਦੋਂ ਗੱਲ ਕਰੀ ਤਾਂ ਅਸੀਂ ਜਦੋਂ ਉਹਨਾਂ ਨੂੰ ਦੱਸਿਆ ਕਿ ਜਦੋਂ ਤੁਸੀਂ ਮਿੱਟੀ ਇਹਨੂੰ ਪਰਾਲੀ ਨੂੰ ਅੱਗ ਲਾ ਦਿੰਦੇ, ਨਾੜ ਸਾੜ ਦਿੰਦੇ ਆ, ਤਾਂ ਉਤਲੀ ਮਿੱਟੀ ਜਿਹੜੀ ਆ 3 ਤੋਂ 4 ਇੰਚ 5 ਇੰਚ ਤੱਕ ਇਹਦਾ ਟੈਂਪਰੇਚਰ 38 ਤੋਂ 42 ਡਿਗਰੀ ਤੱਕ 4-4 5-5 ਡਿਗਰੀ ਵੱਧ ਜਾਂਦਾ ਹੈ। ਸਾਡੇ ਸਾਰੇ ਮਿੱਤਰ ਕੀੜੇ ਇਹਦੇ 'ਚ ਮਰ ਜਾਂਦੇ ਨੇ ਜਿਹੜੇ ਸਾਡੇ ਲਈ, ਕਿਸਾਨਾਂ ਲਈ, ਸਾਡੀਆਂ ਫਸਲਾਂ ਲਈ ਲਾਹੇਵੰਦ ਨੇ। ਔਰ ਨਾਲ ਹੀ ਜਿਹੜਾ ਟੈਂਪਰੇਚਰ ਵਧਣਾ ਉਹਦੇ ਵਿੱਚ ਜਿਹੜੇ ਜੀਵ ਨੇ, ਮਾਈਕਰੋਬਸ ਨੇ, ਬੈਕਟੀਰੀਆ ਨੇ, ਬਹੁਤ ਸਾਰੇ ਜੀਵ ਨੇ ਜਿਹੜੇ ਕਿ ਸਾਡੇ ਕਿਸਾਨਾਂ ਦੀਆਂ ਫਸਲਾਂ ਲਈ ਲਾਹੇਵੰਦ ਨੇ, ਉਹ ਮਰ ਜਾਂਦੇ ਨੇ। ਹੁਣ ਤੁਸੀਂ ਦੇਖੋ ਕਿੱਥੇ ਤਾਂ ਅਸੀਂ ਉਸ ਜ਼ਮੀਨ 'ਚੋਂ ਫਸਲ ਲੈਣੀ ਹੈ, ਕਿੱਥੇ ਅਸੀਂ ਉਹਨੂੰ ਸਾੜ ਕੇ, ਜਿਵੇਂ ਅਸੀਂ ਗਮਲੇ ਬਣਾਉਣੇ ਆ ਜਾਂ ਕੋਈ ਸਾੜ ਕੇ ਭਾਂਡੇ ਬਣਾਉਣੇ, ਇੱਟਾਂ ਬਣਾਉਣੇ, ਇਹੋ ਜਿਹੇ ਅਸੀਂ ਸੇਕ ਦੇਣ ਲੱਗ ਜਾਂਦੇ ਆ। ਜਿਹੜੀ ਧਰਤੀ ਸਾਡੀ ਮਾਂ ਆ, ਅਸੀਂ ਉਹਨੂੰ ਸੰਭਾਲੀਏ। ਅਸੀਂ ਉਹਨਾਂ ਨਾਲ ਜਦੋਂ ਗੱਲ ਕਰਦੇ ਆ ਉਹਨਾਂ ਦੇ ਮਨਾਂ ਤੇ ਅਸਰ ਪੈਂਦਾ ਹੈ, ਉਹ ਸੋਚਦੇ ਨੇ। ਪਰ ਸਿਸਟਮ ਉਦੋਂ ਚੇਂਜ ਹੋਣਾ ਜਦੋਂ ਕੁਝ ਲੋਕ ਐਗਜ਼ਾਮਪਲ ਬਣਨਗੇ, ਫਿਰ ਬਾਕੀ ਦੇ ਉਹਨੂੰ ਫੋਲੋ ਕਰਨਗੇ। ਸਰਕਾਰਾਂ ਵੀ ਇਹਦੇ ਤੇ ਔਰ ਮਹਿਕਮੇ ਵੀ ਇਹਨਾਂ ਤੇ ਨਿਗਾਹ ਰੱਖਣਗੇ। ਹੌਲੀ ਹੌਲੀ ਮਾਈਂਡ ਸੈਟ ਬਦਲੇਗਾ ਪਾਣੀ ਦੀ ਯੂਜ਼ ਲਈ, ਔਰ ਕ੍ਰੌਪਿੰਗ ਪੈਟਰਨ ਤੇ ਵੀ ਲੋਕ ਬਦਲਾਵ ਲਿਆ ਰਹੇ ਨੇ। ਪਰ ਇਹ ਕਲੈਕਟਿਵ ਰਿਸਪੌਂਸਿਬਿਲਿਟੀ ਨਾਲ ਆ। ਜਿਹੜਾ ਸ਼ਹਿਰ 'ਚ ਰਹਿੰਦਾ ਉਹ ਪੇਂਡੂ ਕਿਸਾਨ ਨੂੰ ਬਲੇਮ ਨਾ ਦੇਵੇ, ਉਹ ਸ਼ਹਿਰ ਦੇ ਵਿੱਚ ਆਪਣੀ ਗਤੀਵਿਧੀ ਰੱਖੇ। ਕੂੜਾ ਜਿਹੜਾ ਆ ਉਹਦੇ ਡੰਪ ਨਾ ਵੱਡੇ ਪੈਦਾ ਹੋਣ, ਉਹਦੇ ਲਈ ਸੰਭਾਲ ਕੀਤੀ ਜਾਵੇ। ਜਦੋਂ ਅਸੀਂ ਕਿਤੇ ਪਹਾੜਾਂ 'ਚ ਘੁੰਮਣ ਜਾਈਏ, ਅਸੀਂ ਪਲਾਸਟਿਕ ਵੇਸਟ ਨਾ ਦਈਏ। ਮੈਂ ਪਿੱਛੇ ਕਈ ਵਾਰੀ ਹਿਮਾਚਲ 'ਚ ਜਾਈਦਾ, ਜਿਹੜਾ ਲਾਹੌਲ ਸਪੀਤੀ ਏਰੀਆ ਆ ਜਾਂ ਜਿਹੜਾ ਹਾਈ ਐਲਟੀਟਿਊਡ, ਤੁਸੀਂ ਉੱਥੇ ਜਾਓ ਕਿਤੇ, ਇੰਨਾ ਸੋਹਣਾ ਏਰੀਆ ਕੁਦਰਤ ਨੇ ਇੰਨੀ ਸੋਹਣਾ ਉੱਥੇ ਸਰਜ ਰੱਖਿਆ ਹੈਗਾ ਪਹਾੜਾਂ ਨੂੰ, ਨਦੀਆਂ ਨੂੰ। ਪਰ ਸਾਡੇ ਲੋਕ ਜਦੋਂ 2-4 ਗੱਡੀਆਂ ਲੰਘਦੀਆਂ, ਪਲਾਸਟਿਕ ਦੀਆਂ ਬੋਤਲਾਂ, ਚਿਪਸ ਦੇ ਪੈਕਟ, ਅਸੀਂ ਚੀਜ਼ ਨੂੰ ਇੰਜੋਏ ਤਾਂ ਕਰਨਾ ਚਾਹੁੰਦੇ ਹਾਂ, ਪਰ ਅਸੀਂ ਸਸਟੇਨੇਬਿਲਿਟੀ ਅੱਖਰ ਨੂੰ ਸਮਝ ਨਹੀਂ ਰਹੇ। ਟਿਕਾਊ ਪ੍ਰਬੰਧਨ ਜਿਹੜਾ ਹੈ ਕਿ ਜੋ ਚੀਜ਼ ਮੈਂ ਅੱਜ ਵਰਤ ਰਿਹਾ ਜਾਂ ਅਸੀਂ ਵਰਤ ਰਹੇ, ਇਹ ਕੱਲ ਨੂੰ ਮੇਰੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਵਰਤਣੀ। ਜਿੱਥੇ ਮੈਂ ਅੱਜ ਘੁੰਮਣ ਆਇਆ, ਕੱਲ ਨੂੰ ਹੋ ਸਕਦਾ ਮੈਂ ਹੀ ਉੱਥੇ ਆਵਾਂ। ਹੁਣ ਲੋਕ ਬਹੁਤ ਚੇਤੰਨ ਹੋ ਗਏ ਨੇ। ਸ਼ਹਿਰਾਂ ਦੇ ਵਿੱਚ ਗ੍ਰੀਨ ਬੈਲਟਸ ਬਣਾਈਆਂ ਜਾ ਰਹੀਆਂ ਨੇ। ਔਰ ਰਾਉਂਡ ਗਲਾਸ ਫਾਊਂਡੇਸ਼ਨ ਹੈ, ਮੇਰੇ ਮਿੱਤਰ ਨੇ ਰਜਨੀਸ਼ ਵਰਮਾ ਜੀ, ਉਹ ਇੱਥੇ ਪਟਿਆਲੇ ਤੋਂ ਨੇ। ਔਰ ਉਹ ਰਾਉਂਡ ਗਲਾਸ ਫਾਊਂਡੇਸ਼ਨ ਵਾਲੇ ਨਾਨਕ ਬਗੀਚੀ, ਸਾਡੇ ਖਾਲਸਾ ਕਾਲਜ ਪਟਿਆਲੇ ਅਸੀਂ ਆਪਣੀ ਸੰਸਥਾ 'ਚ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਨਾਨਕ ਬਗੀਚੀ ਤਿਆਰ ਕੀਤੀ ਹੈ, ਜਿੱਥੇ ਕਿ ਬੜੇ ਮੀਆਂ ਵਾਕੀ ਸਕੀਮ ਰਾਹੀਂ ਥੋੜ੍ਹੇ ਜਿਹੇ ਏਰੀਏ 'ਚ ਅਸੀਂ ਨੇਟਿਵ ਪੰਜਾਬ ਦੇ ਜਿਹੜੇ ਅਸਲੀ ਪੰਜਾਬ 'ਚ ਪਾਏ ਜਾਂਦੇ ਰੁੱਖ ਸੀਗੇ, ਜਿਹੜੇ ਅਲੋਪ ਵੀ ਹੋ ਰਹੇ ਨੇ, ਜਿਹੜੇ ਕਿ ਔਰਨਾਮੈਂਟਲ ਪਲਾਂਟਸ ਦੇ ਲਾਉਣ ਕਰਕੇ ਜਦੋਂ ਅਸੀਂ ਸੋਹਣੇ ਬੂਟੇ ਲਾਉਂਦੇ ਆ ਕੈਂਪਸਾਂ 'ਚ, ਅਸੀਂ ਆਮ ਤੌਰ ਤੇ ਬਾਹਰਲੇ ਬੂਟੇ ਲਿਆ ਕੇ ਲਾ ਦਿੰਦੇ ਜਿਹੜੇ ਸਾਡੇ ਪ੍ਰਾਂਤ ਦੇ ਨਹੀਂ। ਉਹ ਜਦੋਂ ਫਿਰ ਹਨੇਰੀ ਝੱਖੜ ਚੱਲਦਾ, ਉਹਨਾਂ ਦੇ ਡਾਹਣ ਵੀ ਵੱਡੇ ਟੁੱਟਦੇ ਆ, ਸੜਕਾਂ ਬਲੌਕ ਹੋ ਜਾਂਦੀਆਂ। ਤੁਸੀਂ ਦੇਖਿਓ ਕਿਤੇ ਬਹੁਤ ਘੱਟ ਜਿਹੜੇ ਪੰਜਾਬ ਦੇ ਅਸਲੀ ਰੁੱਖ ਨੇ, ਜਿਹੜੇ ਜੰਡ, ਕਰੀਰ, ਜਿੰਨੇ ਵੀ ਹੈਗੇ ਨੇ ਸਾਡੇ ਟਾਹਲੀ, ਇਹਨਾਂ 'ਚ ਬਹੁਤ ਘੱਟ ਏਦਾਂ ਦੀ ਬ੍ਰੇਕੇਜ ਆਉਂਦੀ ਆ ਤੇ ਬਹੁਤ ਘੱਟ ਨੁਕਸਾਨ ਹੁੰਦਾ। ਹੁਣ ਉਹ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਨਾਨਕ ਬਗੀਚੀ, ਜਿਹੜੀ ਕਿ ਮੀਆਂਵਾਕੀ ਸਕੀਮ ਜਿਹੜਾ ਇੱਕ ਹੈਗਾ ਕੰਸੈਪਟ ਹੈ, ਜਾਪਾਨ ਤੋਂ ਆਇਆ, ਵੀ ਬੜੇ ਡੈਂਸ ਜੰਗਲ ਲਾਉਣੇ ਥੋੜੀ ਜਿਹੀ ਜਗ੍ਹਾ ਤੇ। ਬਹੁਤ ਪਿੰਡਾਂ ਦੀਆਂ ਸ਼ਾਮਲਾਟਾਂ ਦੇ ਵਿੱਚ ਇਹ ਪ੍ਰਯਾਸ ਚੱਲ ਰਿਹਾ
ਸਾਡੇ ਪੰਜਾਬ ਇਕੋ ਫਰੈਂਡਲੀ ਐਸੋਸੀਏਸ਼ਨ ਦੇ ਸਾਡੇ ਮਿੱਤਰ ਨੇ ਪਟਿਆਲੇ ਤੋਂ NGO ਕਰਦੀ, ਉਹ ਵੀ ਇਸ ਕੰਮ 'ਚ ਲੱਗੇ ਹੋਏ ਨੇ। ਇਹ ਜੇ ਕਿੰਨੀਆਂ NGOs ਕੰਮ ਕਰ ਰਹੀਆਂ ਨੇ। ਸੀਅਰ ਵਾਲੇ ਹੈਗੇ ਨੇ ਫਰੀਦਕੋਟ, ਮੇਰੇ ਕਈ ਸੰਪਰਕ 'ਚ ਨੇ ਜਿਹੜੇ ਕਿ ਮੈਂ ਦੇਖਦਾ ਰਹਿੰਦਾ, ਉਹਨਾਂ ਨਾਲ ਵਿਚਰਦਾ ਕਿ ਉਹ ਕਿੱਦਾਂ ਪੌਦਿਆਂ ਦੇ ਲੰਗਰ ਲਾ ਰਹੇ ਨੇ। ਫਿਰ ਸਭ ਤੋਂ ਇੰਪੋਰਟੈਂਟ ਹੁਣ ਇਹ ਹੋ ਗਿਆ ਕਿ ਅਸੀਂ ਇਕੱਲੇ ਪੌਦੇ ਲਾਉਣੇ ਨਹੀਂ, ਅਸੀਂ ਉਹਨਾਂ ਦੀ ਡਾਕੂਮੈਂਟੇਸ਼ਨ ਰੱਖੀਏ ਕਿ ਅਸੀਂ ਇੰਨੀ ਸਟ੍ਰੈਚ ਤੇ ਲਾਏ ਸੀ ਤਾਂ ਅਗਲੇ ਸਾਲ ਉਹ ਕਿੱਥੇ ਪਹੁੰਚੇ। ਜੇ ਕੋਈ ਪੌਦਾ ਕਿਸੇ ਕਾਰਨ ਮਰ ਗਿਆ ਆਪਾਂ ਉਹਨੂੰ ਰਿਪਲੇਸ ਕਰੀਏ ਤੇ ਉਹ ਗ੍ਰੀਨ ਬੈਲਟਸ ਕ੍ਰੀਏਟ ਕਰੀਏ। ਇਹ ਚੀਜ਼ਾਂ ਲੋਕਾਂ ਨੂੰ ਇਨਕਰੇਜ ਕਰਨਗੀਆਂ, ਸਾਡਾ ਵਰਤਾਰਾ ਲੋਕਾਂ ਨੂੰ ਇਨਕਰੇਜ ਕਰੇਗਾ। ਅਸੀਂ ਇੱਕ ਦੂਜੇ ਲਈ ਸਮਾਜ ਸਿਰਜ ਰਹੇ ਹਾਂ, ਸਾਡਾ ਕੰਟਰੀਬਿਊਸ਼ਨ ਅਸੀਂ ਦੇਣਾ ਹੈ। ਹੌਲੀ ਹੌਲੀ ਮਾਈਂਡ ਸੈੱਟ ਬਦਲਣਗੇ। ਹਰ ਬੰਦਾ ਜਿਹੜਾ ਨਹੀਂ ਸਰੀਰ ਨਾਲ ਕੰਮ ਕਰ ਸਕਦਾ, ਮੈਂ ਤਾਂ ਆਮ ਕਹਿੰਦਾ ਕਿ ਜੇ ਤੁਸੀਂ ਆਪਣੇ ਸਰੀਰ ਦਾ ਦਾਨ ਨਹੀਂ ਦੇ ਸਕਦੇ ਕੰਮਾਂ ਦੇ ਵਿੱਚ, ਤੁਸੀਂ ਕੁਝ ਮਾਇਕ ਹੈਲਪ ਕਰੋ। ਔਰ ਜੰਗਲਾਤ ਵਿਭਾਗ ਹੈਗਾ ਪੰਜਾਬ ਸਰਕਾਰ ਦਾ, ਜਦੋਂ ਮਰਜ਼ੀ ਤੁਸੀਂ ਉੱਥੋਂ ਪੌਦੇ ਲੈ ਲਓ। ਬਹੁਤ ਵਧੀਆ ਹਰਿਆਲੀ ਐਪ ਚੱਲ ਰਹੀ ਹੈ ਲੋਕਾਂ ਦੀ ਅਵੇਅਰਨੈਸ ਲਈ। ਤੁਸੀਂ ਤੇ ਪਲਾਂਟਸ ਬਹੁਤ ਉਪਲਬਧ ਨੇ, ਲਾਉਣ ਵਾਲੇ ਬੰਦੇ ਚਾਹੀਦੇ ਨੇ, ਉਹ ਹੈਲਪ ਵੀ ਕਰ ਰਹੇ ਨੇ। ਜਾਗਰੂਕਤਾ ਮੁਹਿੰਮਾਂ ਵੀ ਚੱਲ ਰਹੀਆਂ ਨੇ, এনवायरमेंट ਡੇ ਤੇ ਪ੍ਰੋਗਰਾਮ ਹੋ ਰਹੇ ਨੇ। ਔਰ ਤੁਸੀਂ ਦੇਖੋ ਲਲਿਤ ਜੀ ਕਿੰਨੇ ਸਾਰੇ ਦਿਵਸ ਮਨਾਏ ਜਾ ਰਹੇ ਨੇ, ਚਾਹੇ ਉਹ এনवायरमेंट ਡੇ ਆ, ਚਾਹੇ ਬਾਇਓਲੋਜੀਕਲ ਡਾਇਵਰਸਿਟੀ ਡੇ ਆ, ਵਰਲਡ ਮਾਈਗ੍ਰੇਟਰੀ ਡੇ ਆ, ਓਸ਼ਨਸ ਡੇ ਆ। ਇੰਨੇ ਸਾਰੇ ਦਿਵਸ ਜਿਹੜੇ ਕਿ ਇੱਕੋ ਹੀ ਕੇਂਦਰਿਤ ਨੇ। ਵਿਸ਼ਾ ਉਹੀ ਹੈ ਕਿ ਵਾਤਾਵਰਣ ਨੂੰ, ਜੀਵ ਵਿਭਿੰਨਤਾ ਨੂੰ, ਸਮੁੰਦਰਾਂ ਨੂੰ, ਜੰਗਲਾਂ ਨੂੰ ਕਿਵੇਂ ਬਚਾਈਏ, ਜੀਵਾਂ ਨੂੰ, ਇੰਡੇਂਜਰਡ ਸਪੀਸੀਜ਼ ਖਤਮ ਹੋ ਰਹੇ ਨੇ, ਅਲੋਪ ਹੋ ਰਹੀਆਂ ਪ੍ਰਜਾਤੀਆਂ, ਉਹਨਾਂ ਨੂੰ ਕਿਵੇਂ ਬਚਾਈਏ। ਇਹ ਸਾਰਾ ਪ੍ਰਯਾਸ, ਇਹ ਸਾਰਾ ਜਿਹੜਾ ਇੱਕ ਦੂਜੇ ਨਾਲ ਜੁੜਿਆ ਹੋਇਆ ਆ, ਜਿਹੜਾ ਇਹਨਾਂ ਦਾ ਸੰਬੰਧ ਹੈ ਆਪਸ ਦੇ ਵਿੱਚ। ਕਿਉਂਕਿ ਜਿੰਨਾ ਇਕੋ ਸਿਸਟਮ ਚੰਗਾ ਹੋਊਗਾ, ਜਿੰਨੀਆਂ ਪ੍ਰਜਾਤੀਆਂ ਜ਼ਿਆਦਾ ਹੋਣਗੀਆਂ, ਜਿੰਨੀ ਡਾਇਵਰਸਿਟੀ ਜ਼ਿਆਦਾ ਹੋਊਗੀ, ਜਿੰਨੇ ਜੰਗਲ ਸਾਡੇ ਵਧੀਆ ਰਹਿਣਗੇ। ਇਹਨਾਂ 'ਚ ਹੀ ਸਾਰਾ ਪਾਣੀ ਪਿਆ, ਫਰੈਸ਼ ਵਾਟਰ। ਜਿੰਨਾ ਕਾਰਬਨ ਸਿੰਕ ਆ, ਜਿੰਨਾ ਹਵਾ ਦੇ ਵਿੱਚ ਪੋਲਿਊਸ਼ਨ ਘਟਾਉਣਾ ਹੈ, ਕਾਰਬਨ ਡਾਈਆਕਸਾਈਡ ਦੀ ਮਾਤਰਾ ਘਟਾਉਣੀ ਹੈ, ਤਾਂ ਹੀ ਗਲੋਬਲ ਵਾਰਮਿੰਗ ਘਟੇਗੀ। ਸੋ ਉਹ ਕਾਰਬਨ ਦੇ ਸਿੰਕ ਨੇ, ਇਹ ਕਾਰਬਨ ਨੂੰ ਫੜ ਕੇ ਆਪਣੇ 'ਚ ਫਿਕਸ ਕਰ ਲੈਂਦੇ ਨੇ ਜੰਗਲ, ਤੇ ਜਿਹੜੀ ਉਹਨਾਂ ਦਾ ਬਾਇਓਮਾਸ ਆ, ਜਿਹੜਾ ਉਹਨਾਂ ਦੀ ਤਣਾ ਬਣਦਾ, ਉਹਦੇ 'ਚ ਹੀ ਕਾਰਬਨ ਫਿਕਸ ਹੋਣੀ ਆ, ਤਾਂ ਹੀ ਹਵਾ 'ਚੋਂ ਕਾਰਬਨ ਡਾਈਆਕਸਾਈਡ ਘਟਣੀ ਆ। ਸੋ ਆਪਾਂ ਨੂੰ ਜਿਹੜੇ ਵੱਡੇ ਹੋਏ ਜੰਗਲ ਆ ਉਹਨਾਂ ਦੀ ਵੀ ਸਜ਼ਾ ਭੁਗਤਣੀ ਪੈਣੀ। ਇੱਕ ਤਾਂ ਉਹ ਲਾਉਣੇ ਪੈਣੇ ਆ, ਫਿਰ ਉਹ ਲਾਉਣ ਵੇਲੇ ਵੀ ਧਿਆਨ ਦੇਣਾ ਪੈਣਾ ਕਿ ਕਿਹੜੀਆਂ ਪ੍ਰਜਾਤੀਆਂ ਲਾ ਰਹੇ ਆ ਆਪਾਂ। ਕਿਤੇ ਇਹ ਨਾ ਹੋਵੇ ਕੋਈ ਇਹੋ ਜਿਹੀ ਪ੍ਰਜਾਤੀ ਲਾ ਲਈਏ ਜਿਹੜੀ ਸਾਡਾ ਧਰਤੀ ਦਾ ਪਾਣੀ ਖਿੱਚ ਜਾਏ, ਜਾਂ ਸਾਡੇ ਪੰਜਾਬ ਦਾ ਜਾਂ ਉਸ ਖਿੱਤੇ ਦਾ ਆਪਣਾ ਦਰਖਤ ਨਾ ਹੋਵੇ। ਸਾਨੂੰ ਉਹ ਦਰਖਤ ਲਾਉਣੇ ਪੈਣੇ ਜਿਹੜੇ ਇੱਥੇ ਆਪਣੇ ਆਪ ਹੀ ਉੱਠ ਖੜਨ, ਜਿਨ੍ਹਾਂ ਨੂੰ ਮੈਂ ਇਹ ਕਹਿੰਦਾ ਹੁੰਦਾ ਕਿ ਉਹ ਇੰਨੇ ਕਿਰਪਾ ਹੈ ਉਹਨਾਂ ਤੇ ਕੁਦਰਤ ਦੀ ਕਿ ਉਹਨਾਂ ਨੂੰ ਥੋੜੀਆਂ ਜਿਹੀਆਂ ਪਾਣੀ ਨਾਲ ਉਹ ਆਪਣੇ ਆਪ ਹੀ ਉੱਠ ਖੜਦੇ ਨੇ। ਕਿਉਂਕਿ ਇਸ ਖਿੱਤੇ ਦੇ ਨੇ। ਜੇ ਅਸੀਂ ਕੋਈ ਬਾਹਰੋਂ ਲਿਆ ਕੇ ਲਾਵਾਂਗੇ, ਸਾਨੂੰ ਉਹਦੀ ਪ੍ਰੋਟੈਕਸ਼ਨ ਕਰਨੀ ਪਊਗੀ, ਹੋ ਸਕਦਾ ਉਹਦੀ ਪਾਣੀ ਦੀ ਰਿਕੁਆਇਰਮੈਂਟ ਡਿਫਰੈਂਟ ਹੋਵੇ। ਸੋ ਇਹ ਸਾਨੂੰ ਜਿਹੜੇ ਸਾਰੇ ਪ੍ਰਯਾਸ ਆ ਇਕੱਠੇ ਹੋ ਕੇ ਜੋੜ ਕੇ ਕਰਨੇ ਪੈਣੇ ਆ, ਤਾਂ ਹੀ ਕੋਈ ਇੱਕ ਐਫਰਟ ਕੀਤਾ ਜਾ ਸਕਦਾ ਹੈ ਸਟੇਟ ਲੈਵਲ ਤੇ, ਆਪਣੇ ਸ਼ਹਿਰ ਲੈਵਲ ਤੇ, ਮੁਹੱਲਿਆਂ ਤੇ, ਔਰ ਨਾਲ ਹੀ ਮੁਲਕ ਲੈਵਲ ਤੇ, ਔਰ ਫਿਰ ਇਹ ਵਰਲਡ ਲੈਵਲ ਤੇ ਚੀਜ਼ਾਂ ਜੁੜਨਗੀਆਂ। ਕਿਉਂਕਿ ਇਹ ਸਾਰਾ ਅਸੀਂ ਇਸ ਵੇਲੇ ਇੱਕ ਗਲੋਬਲ ਪਿੰਡ 'ਚ ਜੀ ਰਹੇ ਹਾਂ। ਜੇ ਕੋਈ ਐਲ ਨੀਨੋ ਕਰੰਟ ਉਧਰਲੇ ਪਾਸੇ ਅਮਰੀਕਾ ਵਾਲੇ ਪਾਸੇ ਅਸਰ ਕਰਦੀ ਆ ਤਾਂ ਉਹਦਾ ਸਿੱਧਾ ਇਫੈਕਟ ਸਾਡੇ ਮੌਨਸੂਨ ਤੇ ਡਿਲੇ ਹੋਣ ਤੇ ਹੋ ਜਾਂਦਾ ਹੈ। ਜਦੋਂ ਅਸੀਂ ਇਹ ਚੀਜ਼ਾਂ ਸਮਝਦੇ ਹਾਂ ਕਿ ਦੁਨੀਆ ਦਾ ਸਾਰਾ ਜਿਹੜਾ ਵਾਤਾਵਰਨ ਨਾਲ ਸੰਬੰਧਿਤ, ਜਿਹੜੇ ਕਲਾਈਮੇਟ ਚੇਂਜ ਆ, ਇਹ ਸਾਰੀ ਸੰਬੰਧਿਤ ਹੈ, ਇਹ ਇੱਕ ਦੂਜੇ ਨਾਲ ਵਰਤਾਰਾ, ਤਾਂ ਸਾਨੂੰ ਇਹ ਸਮਝਣਾ ਪੈਣਾ ਕਿ ਇਹ ਨਹੀਂ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਚੀਜ਼ ਕਰ ਰਹੇ ਅਸੀਂ ਸੋਚੀਏ ਇਹਦਾ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਫਰਕ ਪੈਂਦਾ ਹੈ। ਇਹ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਤਾਂ ਹੀ ਬਚ ਸਕੇਗੀ ਮਨੁੱਖਾਂ ਦੀ ਜੇ ਅਸੀਂ ਵਾਤਾਵਰਨ ਨੂੰ ਬਚਾਵਾਂਗੇ, ਆਪਣੀ ਧਰਤੀ ਨੂੰ ਬਚਾਵਾਂਗੇ। ਜੀ ਸਰ, ਤੁਸੀਂ ਵਿਸ਼ਵ ਪਰਿਆਵਰਨ ਦਿਵਸ ਦੇ ਮੌਕੇ ਤੇ ਅੱਜ ਸਾਡੇ ਨਾਲ ਜੁੜੇ, ਸਾਡੇ ਸਰੋਤਿਆਂ ਦੇ ਨਾਲ ਇੰਨੀ ਕੀਮਤੀ, ਇੰਨੀ ਲਾਹੇਵੰਦ ਜਾਣਕਾਰੀ ਤੁਸੀਂ ਸ਼ੇਅਰ ਕੀਤੀ। ਉਮੀਦ ਕਰਦੇ ਹਾਂ ਕਿ ਤੁਹਾਡੀ ਇਸ ਜਾਣਕਾਰੀ ਤੋਂ ਵਿਸ਼ਵ ਪਰਿਆਵਰਨ ਦਿਵਸ ਦੇ ਮੌਕੇ ਤੇ, ਉਹ ਵੀ ਵਿਸ਼ਵ ਪਰਿਆਵਰਨ ਦਿਵਸ ਤੇ ਇਸ ਮੌਕੇ ਤੇ ਕੁਦਰਤ ਨੂੰ ਸਾਂਭ ਸੰਭਾਲ ਦੇ ਲਈ ਆਪਣਾ ਜਿਹੜਾ ਯੋਗਦਾਨ ਜ਼ਰੂਰ ਪਾਉਣਗੇ। ਤੁਹਾਡਾ ਸਰ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਬਹੁਤ ਬਹੁਤ ਧੰਨਵਾਦ ਲਲਿਤ ਜੀ। ਮੈਂ ਅੰਤ 'ਚ ਇਹੀ ਕਹਾਂਗਾ ਕਿ ਗੁਰੂ ਮਹਾਰਾਜ ਨੇ ਜਿਹੜਾ ਸਾਨੂੰ ਉਪਦੇਸ਼ ਦਿੱਤਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਉਦਾਏ ਦਾਇਆ ਖੇਲੇ ਸਗਲ ਜਗਤ। ਸੋ ਅਸੀਂ ਖੇਲ ਨਹੀਂ ਰਹੇ। ਬਾਣੀ ਨੇ ਸਾਨੂੰ ਹੁਕਮ ਦਿੱਤਾ ਕਿ ਅਸੀਂ ਇਹਨਾਂ ਲਾਈਨਾਂ ਨੂੰ ਜੇ ਫਿਲਾਸਫੀ ਸਮਝ ਲਈਏ ਜਿਹੜੀ ਕਿ ਗੁਰੂ ਸਾਹਿਬ ਨੇ ਇੰਨੇ ਸਾਲ ਪਹਿਲਾਂ ਦਿੱਤੀ ਸੀ, ਤਾਂ ਅਸੀਂ ਸ਼ਾਇਦ ਆਪਣੇ ਇਹ ਸਾਰੇ ਵਰਤਾਰੇ ਦਾ ਸੋਲੂਸ਼ਨ ਲੱਭ ਸਕਦੇ ਹਾਂ। ਸਾਨੂੰ ਆਪਣੀ ਧਰਤੀ ਦਾ, ਆਪਣੇ ਪਾਣੀ ਦਾ, ਆਪਣੇ ਪੌਣ ਦਾ ਇਹਦੀ ਰੱਖਿਆ ਕਰਨੀ ਪੈਣੀ ਆ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਤਾਵਰਣ ਦੇ ਵਿੱਚ ਦੀਆਂ ਬਹੁਤ ਸ਼ੁਭ ਇਛਾਵਾਂ। ਆਓ ਰਲ ਕੇ ਆਪਾਂ ਆਪਣੇ ਵਾਤਾਵਰਣ ਦੀ ਕੁਛ ਕਰੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਸ਼ਾਬਾਸ਼ ਦੇ ਸਕਣ। ਜੀ ਸਰ, ਬਹੁਤ ਬਹੁਤ ਸ਼ੁਕਰੀਆ।